بسم اللہ الرحمن الرحیم میں امریکہ تو شہزاد باجوہ ਇੱਥੇ ਦੇ ਇੱਕ ਹਸਪੀਟਲ ਦੀ ਮੇਨ ਬਿਲਡਿੰਗ ਹੈ। ਆਓ ਮੈਂ ਤੁਹਾਨੂੰ ਅੱਜ ਇੱਥੇ ਦੇ ਹਸਪੀਟਲ ਦਾ ਵੀ ਵਿਜ਼ਿਟ ਕਰਾ ਰਿਹਾ ਹਾਂ। ਇਹ ਹਸਪੀਟਲ ਦੇ ਵਿੱਚ ਮੈਂ ਦਾਖਲ ਹੋਇਆ ਵਾਂ। ਇਹ ਤੁਹਾਨੂੰ ਮੈਂ ਇਹ ਅੰਦਰ ਦੀ ਜਰਾ ਲੌਬੀ ਦਿਖਾ ਰਿਹਾ। ਮੇਨ ਐਂਟਰੈਂਸ ਦੇ ਉੱਤੋਂ ਜੋ ਹੀ ਮੈਂ ਅੰਦਰ ਦਾਖਲ ਹੋਇਆ ਤੇ ਇਸ ਕਿਸਮ ਦਾ ਮਾਹੌਲ ਹੈ ਅੰਦਰ ਇੱਥੇ ਦੀ ਜਿਹੜੀ ਇਹ ਲੌਬੀ ਦੇ ਵਿੱਚ। ਇਹ ਹਸਪੀਟਲ ਦਾ ਅਸਲ ਨਾਂ ਜਨਾਬ ਜਿਹੜਾ ਹੈ ਨਾ ਕ੍ਰਿਸਚੀਆਨਾ ਕੇਅਰ ਹਸਪੀਟਲ ਹੈ, ਜਿਹੜਾ ਇੱਥੇ 1985 ਦੇ ਵਿੱਚ ਓਪਨ ਹੋਇਆ ਸੀ। ਬੇਸਿਕਲੀ ਇਹ ਇੱਕ ਪ੍ਰਾਈਵੇਟ ਹਸਪੀਟਲ ਹੈ ਤੇ ਜਿਹੜਾ ਨੋ ਪ੍ਰੋਫਿਟ ਤੇ ਨੋ ਲਾਸ, ਯਾਨੀ ਕਿ ਕੋਈ ਨਾ ਮੁਨਾਫਾ ਤੇ ਨਾ ਨੁਕਸਾਨ ਦੀ ਬੇਸ ਦੇ ਉੱਤੇ ਇਹ ਜਿਹੜਾ ਹੈ ਨਾ ਚਲਾਇਆ ਜਾ ਰਿਹਾ ਹੈ। ਇਹ ਹਸਪੀਟਲ ਦੇ ਅੰਦਰ ਨਾਲ ਹੀ ਇੱਥੇ ਆਪਣਾ ਇੱਕ ਜਿਹੜਾ ਹੈ ਨਾ ਜੀ ਕਾਫੀ ਸ਼ਾਪ ਵਗੈਰਾ ਵੀ ਬਣੀ ਹੈ, ਜਿੱਥੋਂ ਅਗਰ ਤੁਸੀਂ ਕੋਈ ਕਾਫੀ ਬਿਸਕਿਟ ਵਗੈਰਾ ਸਨੈਕਸ ਵਗੈਰਾ ਲੈਣੇ ਚਾਹੋ। ਇਹ ਅੰਦਰ ਦੇਖੋ ਕਿਆ ਖੂਬਸੂਰਤ ਇਹਨਾਂ ਨੇ ਪੌਦਿਆਂ ਦਾ ਸੈਕਸ਼ਨ ਬਣਾਇਆ। ਇੱਥੇ ਬੈਠਣ ਦੀ ਜਗ੍ਹਾ। ਇਹ ਹਸਪੀਟਲ ਘੱਟ ਵੈਸੇ ਇੱਕ ਜਿਹੜਾ ਹੈ ਨਾ 5 ਸਟਾਰ ਹੋਟਲ ਜਿਹੜਾ ਹੈ ਨਾ ਜੀ ਉਹ ਜ਼ਿਆਦਾ ਲੱਗਦਾ ਜੀ, ਲੇਕਿਨ ਤੁਸੀਂ ਇਹ ਦੇਖੋ ਕਿ ਅੰਦਰ ਆ ਕੇ ਕਿਤਨਾ ਖੁਸ਼ਗਵਾਰ ਅਹਿਸਾਸ ਹੁੰਦਾ ਹੈ ਤੁਸੀਂ ਇੱਥੇ ਦੇ ਹਸਪੀਟਲ ਦੇ ਵਿੱਚ ਆ ਕੇ। ਇਸ ਹਸਪੀਟਲ ਦੇ ਜਿਹੜੇ ਨਾ ਜੀ ਟੋਟਲ 1336 ਬੈੱਡ ਨੇ, ਜਿਹਦੇ 'ਚ ਐਮਰਜੈਂਸੀ ਡਿਪਾਰਟਮੈਂਟ, ਟਰਾਮਾ ਸੈਂਟਰ, ਇੱਥੇ ਹਰ ਕਿਸਮ ਦਾ ਇਲਾਜ ਵਗੈਰਾ ਜਿਹੜਾ ਹੈ ਨਾ ਜੀ ਹੁੰਦਾ ਹੈ। ਔਰ ਇੱਥੇ ਹਰ ਇੱਕ ਚੀਜ਼ ਦੇ ਅਲੱਗ-ਅਲੱਗ ਸੈਕਸ਼ਨ ਜਿਹੜੇ ਨੇ ਬਣਾਏ ਨੇ। ਇਹ ਤੁਸੀਂ ਇਹ ਦੇਖੋ ਕਿ ਅੰਦਰ ਤੁਸੀਂ ਖੂਬਸੂਰਤੀ ਦਾ, ਸਫਾਈ ਦਾ ਮਾਇਆਰ ਜ਼ਰਾ ਦੇਖੋ, ਤੁਸੀਂ ਚੈੱਕ ਕਰੋ ਜ਼ਰਾ ਤੁਸੀਂ ਇੱਥੇ ਦੇ ਫਰਸ਼ਾਨ ਵੇਖੋ ਤੁਸੀਂ, ਤੇ ਕਿਤਨੇ ਖੂਬਸੂਰਤ ਔਰ ਨਿਹਾਇਤ ਸਾਫ ਸੁਥਰੇ ਇਹਨਾਂ ਨੇ ਇਹ ਸਭ ਕੁਛ ਜਿਹੜਾ ਹੈ ਨਾ ਜੀ ਇਹਦੇ ਉੱਤੇ ਬਣਾਇਆ ਹੈ। ਔਰ ਬੜਾ ਹੀ ਅੰਦਰ ਖਾਮੋਸ਼ ਮਾਹੌਲ, ਤੇ ਜਿੱਥੇ ਅੰਦਰ ਆ ਕੇ ਵੈਸੇ ਹੀ ਦਿਲ ਜਿਹੜਾ ਹੈ ਬੜਾ ਖੁਸ਼ ਹੋ ਜਾਂਦਾ ਹੈ। ਇਹ ਰਿਸੈਪਸ਼ਨ ਨੇ। ਅਗਰ ਜੇ ਤੁਸੀਂ ਕਿੱਧਰ ਆ ਕੇ ਅੰਦਰ ਤੁਸੀਂ ਕਿਸੇ ਮਰੀਜ਼ ਦਾ ਪੁੱਛਣਾ ਹੈ ਤੇ ਇਸ ਰਿਸੈਪਸ਼ਨ ਦੇ ਉੱਤੋਂ ਤੁਸੀਂ ਨਾਮ ਦੱਸ ਦਿਓ ਉਹਨਾਂ ਦਾ, ਉਹ ਤੁਹਾਨੂੰ ਦੱਸ ਦੇਣਗੇ ਕਿ ਉਹ ਫਲਾਂ ਸੈਕਸ਼ਨ ਦੇ ਵਿੱਚ, ਫਲਾਂ ਫਲੋਰ ਦੇ ਵਿੱਚ, ਫਲਾਂ ਕਮਰੇ ਦੇ ਵਿੱਚ, ਔਰ ਤੁਸੀਂ ਆਸਾਨੀ ਦੇ ਨਾਲ ਜਿਹੜਾ ਹੈ ਨਾ ਉੱਥੇ ਪਹੁੰਚ ਸਕੋਗੇ। ਇਸੇ ਤਰ੍ਹਾਂ ਮੈਂ ਵੀ ਮੇਰੇ ਭਾਈ ਸਾਹਿਬ ਬਿਮਾਰ ਸੀ, ਮੈਂ ਉਹਨਾਂ ਦਾ ਪਤਾ ਲੈਣ ਆਇਆ ਤੇ ਮੈਨੂੰ ਜਿਹੜਾ ਹੈ ਨਾ ਜੀ ਇੱਥੋਂ ਉਹਨਾਂ ਕੋਲੋਂ ਪੁੱਛਿਆ ਤੇ ਉਹਨਾਂ ਨੇ ਮੇਰੀ ਰਹਿਨੁਮਾਈ ਕੀਤੀ ਤੇ ਮੈਂ ਜਨਾਬ ਉੱਥੇ ਉਹਨਾਂ ਦੇ ਕੋਲ ਪਹੁੰਚ ਗਿਆ। ਇਹ ਦੇਖੋ ਇਹ ਰਿਪੋਰਟ ਵਗੈਰਾ ਵੀ ਸਫਾਈ ਵੀ ਕਰਦਾ ਹੈ, ਔਰ ਜਰਾਸੀਮ ਕਸ਼ ਅਦਵਿਆਤ ਵੀ ਜਿਹੜੇ ਨਾ ਜੀ ਉਹ ਵੀ ਸਪਰੇ ਨਾਲ ਕਰ ਰਿਹਾ ਵੇ ਇਹ ਰਿਪੋਰਟ ਦੇ ਨਾਲ ਜੀ। ਅੰਦਰੂਨੀ ਤੌਰ ਦੇ ਉੱਤੇ ਦੇਖੋ ਕਿਤਨੇ ਖੂਬਸੂਰਤ ਮਨਾਜ਼ਰ, ਜਿਹੜੇ ਬੰਦੇ ਨਾਲ ਆਉਂਦੇ ਨੇ ਉਹਨਾਂ ਦੇ ਬੈਠਣ ਦਾ ਇੰਤਜ਼ਾਮ, ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ, ਯਾਨੀ ਕਿ ਹਰ ਤਰ੍ਹਾਂ ਦੀ ਉਹਨਾਂ ਨੂੰ ਸਹੂਲਤ ਜਿਹੜੀ ਹੈ ਨਾ ਜੀ ਇੱਥੇ ਦਿੱਤੀ ਜਾਂਦੀ ਹੈ। ਅੰਦਰ ਆ ਕੇ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਇੱਕ ਹਸਪੀਟਲ ਦੇ ਅੰਦਰ ਆਏ ਹੋਏ ਹੋ। ਤੇ ਮੈਂ ਕਿਹਾ ਅੱਜ ਮੈਂ ਤੁਹਾਨੂੰ ਇਹ ਸਾਰਾ ਜ਼ਰਾ ਵਿਜ਼ਿਟ ਕਰਾਵਾਂ ਤੇ ਤੁਹਾਡੇ ਨਾਲ ਮੈਂ ਸਾਰਾ ਸ਼ੇਅਰ ਕਰਾਂ
ਕਿ ਇੱਥੇ ਦੇ ਹਸਪਤਾਲਾਂ ਦਾ ਅੰਦਰੂਨੀ ਨਿਜ਼ਾਮ ਜਿਹੜਾ ਹੈ ਨਾ ਜੀ ਉਹ ਕਿਤਨਾ ਸਾਫ ਸੁਥਰਾ ਨੀਟ ਕਲੀਨ ਔਰ ਬਿਹਤਰੀਨ ਖੁਸ਼ਗਵਾਰ ਮਾਹੌਲ ਦੇ ਵਿੱਚ ਜਿਹੜਾ ਹੈ ਨਾ ਜੀ ਇਹਨਾਂ ਨੇ ਰੱਖਿਆ ਹੈ, ਜਿਹੜਾ ਤੁਹਾਨੂੰ ਦਿਖਾ ਰਿਹਾ ਮੈਂ। ਇੱਥੇ ਆ ਕੇ ਮੈਨੂੰ ਪਤਾ ਚੱਲਿਆ ਕਿ ਇੱਥੇ ਚੂੰਕਿ ਮੁਸਲਮਾਨ ਵੀ ਕਾਫੀ ਜ਼ਿਆਦਾ ਇੱਥੇ ਮੁਲਾਜ਼ਮ ਵੀ ਹੈ ਨੇ ਔਰ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੇ ਵੀ ਨਮਾਜ਼ ਵਗੈਰਾ ਪੜ੍ਹਨੀ ਹੁੰਦੀ ਹੈ। ਤੇ ਇੱਥੇ ਆ ਕੇ ਮੈਨੂੰ ਪਤਾ ਚੱਲਿਆ ਇਹਨਾਂ ਨੇ ਕਿ ਇੱਕ ਕਮਰੇ ਨੂੰ ਵੀ ਮਸਜਿਦ ਦੀ ਜਗ੍ਹਾ ਦਿੱਤੀ ਹੋਈ ਹੈ ਤੇ ਇਹ ਜਿਹੜਾ ਹੈ ਨਾ ਜੀ ਉੱਥੇ ਮਸਜਿਦ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਨੇ ਔਰ ਬਕਾਇਦਾ ਇੱਥੇ ਉਹ ਜਿਹੜਾ ਹੈ ਨਾ ਜੀ ਜੁਮਾ ਵਗੈਰਾ ਵੀ ਹੁੰਦਾ ਹੈ, ਨਮਾਜ਼ ਵੀ ਹੁੰਦੀ ਹੈ। ਔਰ ਮੈਨੂੰ ਇੱਥੇ ਦੀ ਇੱਕ ਮੁਸਲਮਾਨ ਮੁਲਾਜ਼ਮਾ ਜਿਹੜੀ ਹੈ ਨਾ ਜੀ ਉਹਨੇ ਮੇਰੇ ਨਾਲ ਰਾਹਨੁਮਾਈ ਕੀਤੀ ਔਰ ਉਹ ਮੈਨੂੰ ਇੱਥੇ ਲੈ ਕੇ ਗਈ, ਜਿਹੜਾ ਇਹਨੇ ਮੈਨੂੰ ਕਮਰਾ ਸ਼ੋਅ ਕਰਾਇਆ। ਅਗਰਚੇ ਕਿ ਇਹ ਉੱਪਰ ਵਾਲੀ ਫਲੋਰ ਦੇ ਉੱਤੇ ਸੀ ਲੇਕਿਨ ਇਹ ਮੇਰੇ ਨਾਲ ਆ ਕੇ ਇੱਥੇ ਮੈਨੂੰ ਇਸਨੇ ਸਾਰੀ ਰਾਹਨੁਮਾਈ ਵੀ ਕੀਤੀ ਔਰ ਇਹ ਮੈਨੂੰ ਕਮਰਾ ਦਿਖਾਇਆ ਇਸਨੇ, ਜਿਹੜਾ ਤੁਸੀਂ ਦੇਖ ਰਹੇ ਹੋ। ਔਰ ਇਹਦੇ ਨਾਲ ਮੇਰੀ ਗੱਲਬਾਤ ਵੀ ਥੋੜੀ ਹੋ ਰਹੀ ਹੈ, ਉਹ ਵੀ ਤੁਸੀਂ ਦੇਖੋ। How long you are working here? Say that again. How long you are working here? 2 years. 2 years. 2 And your years. name? I'm Tanya Muhammad, but I've been doing patient care tech / CNA for 29 years. Oh. 29 years. Yes. So you are going to showing us a mosque here? Yes, I'm going to show you where I make salat at. Salat. Where most of us make salat. ਇਹ ਹਸਪਤਾਲ ਦਾ ਜਿਹੜਾ ਹੈ ਨਾ ਜੀ ਮੇਨ ਦਰਵਾਜ਼ਾ ਵੇ, ਜਿੱਥੋਂ ਤੁਸੀਂ ਐਂਟਰ ਵੀ ਹੁੰਦੇ ਜੇ ਤੇ ਇੱਥੋਂ ਤੁਹਾਡੀ ਐਗਜ਼ਿਟ ਵੀ ਜਿਹੜੀ ਹੈ ਨਾ ਇੱਥੋਂ ਹੀ ਹੁੰਦੀ ਹੈ। ਤੇ ਮੈਂ ਐਸੇ ਦਰਵਾਜ਼ੇ ਦੇ ਤਾਣੀ ਅੰਦਰ ਆਇਆ ਤੇ ਅੰਦਰੂਨੀ ਤੌਰ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਜਿਵੇਂ ਇੱਕ ਮਰੀਜ਼ ਨੂੰ ਜਿਹੜਾ ਹੈ ਨਾ ਜੀ ਉਹ ਲੈ ਕੇ ਛੁੱਟੀ ਹੋਈ ਹੋਣੀ ਹੈ ਤੇ ਉਹ ਲੈ ਕੇ ਇਹ ਜਾ ਰਿਹਾ ਜਨਾਬ ਬਾਹਰ ਮੇਨ ਦਰਵਾਜ਼ੇ ਵਾਲੇ ਪਾਸੇ। ਇਹ ਐਮਰਜੈਂਸੀ ਦੀ ਬਿਲਡਿੰਗ ਹੈ ਜਿਹੜੀ ਮੈਂ ਤੁਹਾਨੂੰ ਦਿਖਾਇਆ ਤੇ ਇਹ ਦੂਸਰੀ ਸਾਈਡ ਦੇ ਉੱਤੋਂ ਤੁਹਾਨੂੰ ਉਹ ਨਜ਼ਰ ਆ ਰਿਹਾ ਹੋਏਗਾ ਇਹ ਹੈਲੀਕਾਪਟਰ। ਇਹ ਦੂਰ ਦੇ ਉੱਤੋਂ ਦੇਖੋ ਇਹ ਹੈਲੀਕਾਪਟਰ ਹੈ, ਉਹਦੇ ਨਾਲ ਹੀ ਇਹ ਬਿਲਕੁਲ ਜਿਹੜੀ ਹੈ ਇਹ ਬਿਲਡਿੰਗ ਹੈ ਜਿਹੜੀ ਐਮਰਜੈਂਸੀ ਬਿਲਡਿੰਗ ਹੈ। ਜੋ ਹੀ ਹੈਲੀਕਾਪਟਰ ਉੱਥੇ ਮਰੀਜ਼ ਲੈ ਕੇ ਆਉਂਦਾ ਤੇ ਇਸ ਐਮਰਜੈਂਸੀ ਬਿਲਡਿੰਗ ਦੇ ਵਿੱਚ ਇਹ ਲੈ ਕੇ ਆਉਂਦੇ ਨੇ। ਵੈਸੇ ਵੀ ਅਗਰ ਕਿਸੇ ਬੰਦੇ ਨੂੰ ਕੋਈ ਐਮਰਜੈਂਸੀ ਹਸਪਤਾਲ ਦੇ ਵਿੱਚ ਆਉਣਾ ਪਵੇ ਤੇ ਉਹ ਐਸੇ ਬਿਲਡਿੰਗ ਦੇ ਵਿੱਚ ਹੀ ਆ ਜਾਂਦੇ। ਇਹਦੇ ਨਾਲ ਹੀ ਐਂਬੂਲੈਂਸ ਦਾ ਸਟੇਸ਼ਨ ਵੀ ਬਣਾਇਆ ਹੋਇਆ ਕਿ ਜਿੱਥੇ ਹੀ ਜ਼ਰੂਰਤ ਹੁੰਦੀ ਹੈ ਤੇ ਐਮਰਜੈਂਸੀ ਵਾਸਤੇ ਅਗਰ ਕੋਈ 15 ਦੇ ਉੱਤੇ ਕਾਲ ਕਰਦਾ ਅਗਰ ਉਹ ਐਂਬੂਲੈਂਸ ਜਿਹੜੀ ਹੈ ਉਹ ਫੌਰੀ ਤੌਰ ਦੇ ਉੱਤੇ ਇੱਥੇ ਦਸਤਿਆਬ ਰਹਿੰਦੀ ਹੈ ਔਰ ਉਹ ਫੌਰੀ ਤੌਰ ਦੇ ਉੱਤੇ ਉਹ ਐਂਬੂਲੈਂਸ ਜਿਹੜੀ ਹੈ ਉਹ ਮਰੀਜ਼ ਦੇ ਕੋਲ ਚਲੀ ਜਾਂਦੀ ਔਰ ਉਹਨਾਂ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੇ ਪੇਸ਼ੈਂਟ ਨੂੰ ਲੈ ਕੇ ਆ ਜਾਈਏ। ਬਲਕਿ ਉਹ ਐਮਰਜੈਂਸੀ ਦੇ ਵਿੱਚ ਹੀ ਇਹ ਜਿਹੜਾ ਇਹਨਾਂ ਦਾ ਸਟਾਫ ਜਿਹੜਾ ਹੁੰਦਾ ਵੇ ਐਂਬੂਲੈਂਸ ਦੇ ਵਿੱਚ ਉਹ ਉੱਥੇ ਹੀ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੰਦਾ ਔਰ ਇਹਦੇ ਨਾਲ ਨਾਲ ਉਹ ਇਹਨਾਂ ਨੂੰ ਵੀ ਇਨਫਾਰਮ ਕਰ ਦਿੰਦੇ ਨੇ ਕਿ ਮਰੀਜ਼ ਲੈ ਕੇ ਆ ਰਹੇ ਹਾਂ ਤੇ ਇਹ ਵੀ ਅਲਰਟ ਹੋ ਜਾਂਦੇ ਨੇ। ਇੱਥੇ ਕ੍ਰਿਸਚੀਆਨਾ ਹਸਪਤਲ ਦੀ ਐਮਰਜੈਂਸੀ ਦੇ ਨਾਲ ਹੀ ਇਹਨਾਂ ਨੇ ਇਹ ਇੱਕ ਹੈਲੀਕਾਪਟਰ ਜਿਹੜਾ ਵੇ ਸਟੈਂਡ ਬਾਈ ਰੱਖਿਆ ਹੋਇਆ ਵੇ। ਉਹ ਜੋ ਹੀ ਇਹਨਾਂ ਨੂੰ ਕੋਈ ਇਤਲਾਹ ਮਿਲਦੀ ਹੈ ਕਿਸੇ ਪਾਸੇ ਹਾਦਸਾ ਹੋ ਗਿਆ ਵੇ ਜਾਂ ਕਿਸੇ ਐਮਰਜੈਂਸੀ ਮਰੀਜ਼ ਨੂੰ ਜਿਹੜਾ ਹੈ ਨਾ ਜੀ ਜਲਦੀ ਹਸਪੀਟਲ ਦੇ ਵਿੱਚ ਪਹੁੰਚਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਇਹ ਜਿਹੜਾ ਹੈਲੀਕਾਪਟਰ ਜਿਹੜਾ ਹੈ ਨਾ ਹਰ ਵਕਤ ਦਸਤਿਆਬ ਰਹਿੰਦਾ 24 ਘੰਟੇ ਔਰ ਜਿਹੜਾ ਜਾ ਕੇ ਆਪਣੇ ਮਰੀਜ਼ਾਂ ਨੂੰ ਜਿਹੜਾ ਲੈ ਕੇ ਇੱਥੇ ਹਸਪੀਟਲ ਦੇ ਵਿੱਚ ਆਉਂਦਾ ਤੇ ਔਰ ਉਹ ਤਾਂ ਕਿ ਉਹ ਬਰ ਵਕਤ ਉਹਨਾਂ ਦੀ ਜਾਨ ਜਿਹੜੀ ਹੈ ਬਚਾਈ ਜਾ ਸਕੇ। ਇਹ ਹੈਲੀਕਾਪਟਰ ਜਿਹੜਾ ਹੈ ਨਾ ਜੀ ਇਹ ਬਿਲਕੁਲ ਇੱਥੇ ਐਮਰਜੈਂਸੀ ਬਿਲਡਿੰਗ ਹੈ। ਇਹ ਮੈਂ ਤੁਹਾਨੂੰ ਦਿਖਾਣਾ ਇਹ ਐਮਰਜੈਂਸੀ ਬਿਲਡਿੰਗ ਦੇ ਬਿਲਕੁਲ
ਨਜ਼ਦੀਕ ਤਰੀਨ ਸਪੇਸ ਦੇ ਉੱਤੇ ਖੜਾ ਹੈ। ਇਹ ਬਿਲਕੁਲ ਅਪੋਜ਼ਿਟ ਇਹਦੇ ਐਮਰਜੈਂਸੀ ਬਿਲਡਿੰਗ ਹੈ ਜਿੱਥੇ ਇਹ ਜਹਾਜ਼ ਹੈ ਤੇ ਆਪਣਾ ਹੈਲੀਕਾਪਟਰ ਤੇ ਇੱਥੋਂ ਜਿਹੜਾ ਹੈ ਨਾ ਜੀ ਪਹੁੰਚਾ ਛੱਡਦੇ ਨੇ ਔਰ ਉਹਨਾਂ ਦੀ ਜਾਨ ਜਿਹੜੀ ਹੈ ਨਾ ਜੀ ਉਹ ਬਰ ਵਕਤ ਜਿਹੜੀ ਹੈ ਬਚਾ ਦਿੰਦੇ ਨੇ। ਇੱਥੇ ਇਲਾਜ ਦੀਆਂ ਬਹੁਤ ਹੀ ਅੱਛੀਆਂ ਸਹੂਲਤਾਂ ਇੱਥੇ ਦਿੱਤੀਆਂ ਹੋਈਆਂ ਇਹਨਾਂ ਨੇ ਤੇ ਰਸ਼ਕ ਆਉਂਦਾ ਵੇ ਕਿ ਇਹ ਸਾਰਾ ਕੁਝ ਦੇਖ ਕੇ ਕਿ ਇਹ ਇਤਨਾ ਇੱਥੇ ਸਹੂਲਤਾਂ ਦਸਤਿਆਬ ਨੇ ਕਿ ਯਾਰ ਇਹ ਸਾਡੇ ਆਪਣੇ ਮੁਲਕ ਦੇ ਵਿੱਚ ਕਿਉਂ ਨਹੀਂ ਹੋ ਸਕਦਾ। ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਇਸ ਚੀਜ਼ ਦੇ ਉੱਤੇ ਕਿ ਜਿਹੜਾ ਹੋਣਾ ਚਾਹੀਦਾ ਵੇ ਜ਼ਰੂਰ ਕਿ ਆਵਾਮ ਨੂੰ ਇੱਕ ਇਲਾਜ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਮੁਯੱਸਰ ਆਉਣੀਆਂ ਚਾਹੀਦੀਆਂ ਨੇ। ਤੇ ਸਾਡੇ ਹੁਕਮਰਾਨ ਜਿਹੜੇ ਉਹ ਖੁਦ ਤੇ ਹਰ ਵਕਤ ਜਿਹੜਾ ਵੇ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਅਮਰੀਕਾ ਦੇ ਵਿੱਚ ਜਾਂ ਲੰਡਨ ਦੇ ਵਿੱਚ ਜਾ ਕੇ ਅਸੀਂ ਆਪਣਾ ਇਲਾਜ ਕਰਵਾਈਏ, ਮਗਰ ਜਾਂ ਤੇ ਉੱਥੇ ਆਪਣੇ ਮੁਲਕ ਦੇ ਵਿੱਚ ਉਹ ਇਸ ਕਿਸਮ ਦਾ ਕੋਈ ਸਿਸਟਮ ਬਣਾ ਲੈਣ ਕਿ ਉਹਨਾਂ ਨੂੰ ਖੁਦ ਵੀ ਉੱਥੋਂ ਇਲਾਜ ਕਰਾਉਣਾ ਪਵੇ ਤੇ ਇੱਕ ਅਮਰੀਕਨ ਸਟੈਂਡਰਡ ਦੇ ਮੁਤਾਬਕ ਉੱਥੇ ਹਸਪੀਟਲ ਹੋਣ ਤੇ ਇੱਥੇ ਜਿਹੜੇ ਨੇ ਜੀ ਲੰਡਨ ਦੇ ਜਾਂ ਜਿਹੜੇ ਨੇ UK ਦੇ ਸਟੈਂਡਰਡ ਦੇ ਮੁਤਾਬਕ ਅਗਰ ਹਸਪੀਟਲ ਸਾਡੇ ਆਪਣੇ ਮੁਲਕ ਦੇ ਵਿੱਚ ਹੀ ਬਣ ਜਾਣ ਤੇ ਨਾ ਉਹਨਾਂ ਨੂੰ ਹੁਕਮਰਾਨਾਂ ਨੂੰ ਬਾਹਰ ਆ ਕੇ ਇਲਾਜ ਕਰਾਉਣਾ ਪਵੇ ਤੇ ਮਗਰ ਉਹਦੇ ਨਾਲ ਨਾਲ ਜਿਹੜਾ ਹੈ ਨਾ ਜੀ ਆਮ ਲੋਕਾਂ ਨੂੰ ਵੀ ਉੱਥੇ ਇਲਾਜ ਦੀ ਸਹੂਲਤ ਜਿਹੜੀ ਹੈ ਉਹਨਾਂ ਦੇ ਆਪਣੇ ਵਤਨ ਦੇ ਵਿੱਚ ਮੁਯੱਸਰ ਹੋ ਸਕੇ। ਮੌਸਮ ਦੇਖੋ ਤੁਹਾਨੂੰ ਇਹ ਬਦਲ ਦਿਖਾ ਰਿਹਾ ਤੇ ਅਜੇ ਵੀ ਮੌਸਮ ਜਿਹੜਾ ਹੈ ਨਾ ਜੀ ਬੜਾ ਅੱਛਾ ਨਜ਼ਦੀਕ ਤਰੀਨ ਦੇਖਣ ਦੇ ਨਾਲ ਇਹ ਤੁਸੀਂ ਦੇਖੋ ਕਿ ਪਰਿੰਦੇ ਜਿਹੜੇ ਨੇ ਸ਼ਾਮ ਦਾ ਟਾਈਮ ਔਰ ਇੱਕ ਟੋਲੀ ਦੀ ਸ਼ਕਲ ਦੇ ਵਿੱਚ ਉਹ ਆਪਣੇ ਘਰ ਦੇ ਵਿੱਚ ਜਾਂ ਆਪਣੇ ਟਿਕਾਣਿਆਂ ਦੇ ਵਿੱਚ ਜਾ ਰਹੇ। ਬਹੁਤ ਹੀ ਖੂਬਸੂਰਤ ਮੰਜ਼ਰ। ਮੈਂ ਕਿਹਾ ਮੈਂ ਤੁਹਾਡੇ ਨਾਲ ਵੀ ਇਹ ਜ਼ਰਾ ਸ਼ੇਅਰ ਕਰਾਂ। ਇਹ ਬਿਲਡਿੰਗ ਦੇ ਵਿੱਚ ਜਿਹੜਾ 3 ਮੰਜ਼ਿਲਾ ਜਿਹੜਾ ਪਾਰਕਿੰਗ ਦਾ ਇੰਤਜ਼ਾਮ ਇਹਨਾਂ ਨੇ ਕੀਤਾ ਹੈ ਬਿਲਕੁਲ ਮੇਨ ਐਂਟਰੈਂਸ ਜਿਹੜੀ ਹੈ ਹਸਪੀਟਲ ਦੀ ਉਹਦੇ ਬਿਲਕੁਲ ਸਾਹਮਣੇ। ਇੱਥੇ ਆ ਕੇ ਜਿਹੜਾ ਮਰੀਜ਼ ਜਾਂ ਐਂਬੂਲੈਂਸ ਵਗੈਰਾ ਆ ਕੇ ਇੱਥੇ ਜਿਹੜਾ ਹੈ ਨਾ ਜੀ ਮਰੀਜ਼ ਵਗੈਰਾ ਜਿਹੜਾ ਹੈ ਨਾ ਜੀ ਪਿਕ ਐਂਡ ਡ੍ਰੌਪ ਕਰਦੇ ਜੇ ਤੇ ਇਹ ਬਿਲਡਿੰਗ ਦੇ ਵਿੱਚ ਜਿਹੜਾ 3 ਮੰਜ਼ਿਲਾ ਸਾਹਮਣੇ ਉਹ ਇਹਨਾਂ ਨੇ ਉਹ ਰੱਖੀ ਹੋਈ ਹੈ ਜਿਹੜੀ ਪਾਰਕਿੰਗ ਵਗੈਰਾ ਜੀ। ਲੋਕ ਆਪਣੀ ਅਗਰ ਇੱਕ ਫਲੋਰ ਦੇ ਉੱਤੇ ਤੁਹਾਨੂੰ ਪਾਰਕਿੰਗ ਅਵੇਲੇਬਲ ਨਹੀਂ ਹੁੰਦੀ ਤੇ ਦੂਸਰੀ ਦੇ ਉੱਤੇ ਤੀਸਰੀ ਤੱਕ ਉੱਤੇ ਬਿਲਡਿੰਗ ਤੱਕ ਜਾ ਕੇ ਤੁਸੀਂ ਇਹ ਆਪਣੀ ਗੱਡੀ ਪਾਰਕ ਕਰ ਸਕਦੇ ਜੇ ਔਰ ਤੁਸੀਂ ਇਹਦੇ ਨਾਲ ਜਿਹੜਾ ਇੱਕ ਫਲੋਰ ਤੋਂ ਦੂਸਰੇ ਫਲੋਰ ਤੇ ਜਾਣ ਵਾਸਤੇ ਤੁਸੀਂ ਬਾਕਾਇਦਾ ਇਹਨਾਂ ਨੇ ਲਿਫਟ ਵਗੈਰਾ ਦਾ ਵੀ ਇੰਤਜ਼ਾਮ ਕੀਤਾ ਹੋਇਆ। ਜੀ ਮੇਰੇ ਦੋਸਤੋ ਇਹ ਮੈਂ ਤੁਹਾਨੂੰ ਇੱਥੇ ਕ੍ਰਿਸਚੀਆਨਾ ਹਸਪੀਟਲ ਦਾ ਜਿਹੜਾ ਇੱਕ ਹਿੱਸੇ ਦਾ ਸਿਰਫ ਜਿਹੜਾ ਹੈ ਨਾ ਜੀ ਇਹ ਵਿਜ਼ਿਟ ਕਰਵਾਇਆ ਵੇ। ਐਕਚੁਅਲੀ ਇਹ ਬਹੁਤ ਵਸੀਓ ਅਰੀਜ਼ ਹਸਪੀਟਲ ਨੇ। ਇਹਦੇ ਇੱਥੇ ਮੁਖਤਲਿਫ ਡਿਪਾਰਟਮੈਂਟ ਨੇ ਜਿਹਦੇ ਵਿੱਚ ਦਿਲ ਦਾ ਹਾਰਟ ਜਿਹੜਾ ਸੈਕਸ਼ਨ ਲਾ ਲਵੋ, ਉਸ ਤੋਂ ਬਾਅਦ ਜਿਹੜਾ ਹੈ ਨਾ ਜੀ ਕੈਂਸਰ ਦਾ ਲਗਾ ਲਓ, ਫਾਲਜ ਦਾ ਲਗਾ ਲਓ, ਸਰਜੀਕਲ ਲਗਾ ਲਓ, ਐਮਰਜੈਂਸੀ ਲਗਾ ਲਓ ਤੇ ਪ੍ਰਾਇਮਰੀ ਮੈਡੀਕਲ ਕੇਅਰ ਦਾ ਲਗਾ ਲਵੋ ਔਰ ਹਰ ਇੱਕ ਜਿਹੜਾ ਹੈ ਨਾ ਜੀ ਆਪਣਾ ਸ਼ੋਭਾ ਜਿਹੜਾ ਇਹਨਾਂ ਨੇ ਅਲੱਗਾ ਕੀਤਾ ਹੋਇਆ ਵੀ। ਇੱਥੇ ਵਿਮਨ ਦਾ ਵੀ ਅਲੱਗਾ ਜਿਹੜਾ ਉਹਨਾਂ ਦਾ ਇਲਾਜ ਕਰਦੇ ਜੇ ਜਾਂ ਇਹਨਾਂ ਦਾ ਬੱਚਿਆਂ ਦਾ ਵੀ ਸਿਸਟਮ ਜਿਹੜਾ ਇਹਨਾਂ ਨੇ ਅਲੱਗਾ ਸ਼ੋਭਾ ਬਣਾਇਆ ਹੋਇਆ ਵੀ ਉੱਥੇ। ਤੇ ਜਿਹੜਾ ਮਰੀਜ਼ ਜਿਹੜਾ ਹੈ ਨਾ ਜੀ ਇਹਨਾਂ ਦੇ ਕੋਲ ਉਹ ਆਉਂਦਾ ਐਮਰਜੈਂਸੀ ਦੇ ਵਿੱਚ ਉਹ ਵੈਸੇ ਹੀ ਉਹ ਡਾਕਟਰ ਜਿਹੜਾ ਹੈ ਨਾ ਜੀ ਉਹਨਾਂ ਨੂੰ ਫਿਰ ਟ੍ਰੀਟ ਕਰਕੇ ਉਹ ਮੁਤਲਕਾ ਸ਼ੋਬੇ ਦੇ ਵਿੱਚ ਜਿਹੜਾ ਹੈ ਨਾ ਜੀ ਭੇਜ ਦਿੰਦੇ ਨੇ। ਦੁਨੀਆ ਦਾ ਬਿਹਤਰੀਨ ਇਲਾਜ ਜਿਹੜਾ ਹੈ ਨਾ ਜੀ ਇੱਥੇ ਹੁੰਦਾ ਔਰ ਹਰ ਕਿਸਮ ਦੀ ਤੁਹਾਨੂੰ ਸਹੂਲੀਅਤ ਜਿਹੜੀਆਂ ਨੇ ਇੱਥੇ ਮੁਯੱਸਰ ਨੇ। ਈਵਨ ਦੈਨ ਇੱਥੇ ਤੇ ਰਹਿਣ ਵਾਲੇ ਜਿਹੜੇ ਹੈ ਨੇ ਉਹ ਤੇ ਇੱਥੇ ਦੇ ਫੈਜ਼ਯਾਬ ਹੁੰਦੇ ਹੀ ਨੇ। ਉੱਥੇ ਇੰਸ਼ੋਰੈਂਸ ਵਗੈਰਾ ਵੀ ਉਹਨਾਂ ਕੋਲ ਚੂੰਕਿ ਹੁੰਦੀ ਹੈ ਔਰ ਚੂੰਕਿ ਇੱਥੇ ਲੀਗਲ ਸਟੇਟਸ ਉਹਨਾਂ ਦਾ ਹੁੰਦਾ ਹੈ ਤੇ ਇਸ ਵਾਸਤੇ ਉਹਨਾਂ ਨੂੰ ਇੱਥੇ ਹਰ ਕਿਸਮ ਦੀ ਜਿਹੜੀ ਹੈ ਹੈਲਥ ਦੀ ਸਹੂਲੀਅਤ ਜਿਹੜੀਆਂ ਮੁਯੱਸਰ ਨੇ। ਮਗਰ ਇਹਦੇ ਨਾਲ ਮੈਂ ਤੁਹਾਨੂੰ ਦੱਸਾਂ ਜਿਹੜੇ ਲੋਕ ਇੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਮੁਕੀਮ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਵਿਜ਼ਿਟ ਦੇ ਉੱਤੇ ਆਏ ਨੇ ਚੰਦ ਦਿਨਾਂ ਦੇ ਵਿੱਚ ਔਰ ਕਿਸੇ ਵੀ ਐਮਰਜੈਂਸੀ ਦੀ ਸੂਰਤ ਦੇ ਵਿੱਚ
ਉਹ ਹਸਪੀਟਲ ਜਿਹੜਾ ਹੈ ਨਾ ਜੀ ਅਗਰ ਉਹ ਚਲੇ ਜਾਂਦੇ ਜੇ ਤੇ ਉਹਨਾਂ ਦਾ ਜਿਹੜਾ ਹੈ ਨਾ ਜੀ ਇਹ ਨਹੀਂ ਹੈ ਕਿ ਇੱਕ ਬੰਦਾ ਜਿਹੜਾ ਦੇਖਦੇ ਨੇ ਕਿ ਇਹ ਇੱਥੇ ਗੈਰ ਕਾਨੂੰਨੀ ਰਹਿ ਰਿਹਾ ਜਾਂ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਜਾਂ ਇਹਦੇ ਕੋਲੋਂ ਇੰਸ਼ੋਰੈਂਸ ਹੈ ਜਾਂ ਨਹੀਂ ਹੈ ਜਾਂ ਇਹ ਬੰਦਾ ਪੈਸੇ ਕਿਵੇਂ ਪੇ ਕਰੇਗਾ, ਇਹਦੇ ਕੋਲੋਂ ਦਵਾਈਆਂ ਜੋਗੇ ਪੈਸੇ ਹੈ ਨੇ, ਇਹ ਕਤਨ ਉਹਨਾਂ ਨੇ ਜਨਾਬ ਪੁੱਛਣਾ ਹੀ ਕੋਈ ਨਹੀਂ, ਉਹਨਾਂ ਨੂੰ ਤੇ ਬਲਕਿ ਅਫਰਾ ਤਫਰੀ ਪੈ ਜਾਂਦੀ ਹੈ। ਔਰ ਇਹ ਇੱਕ ਬਕਾਇਦਾ ਇੱਕ ਲਾਭ ਹੈ ਕਿ ਤੁਸੀਂ ਕੋਈ ਵੀ ਬੰਦਾ ਇੱਥੇ ਆ ਜਾਵੇ ਬਗੈਰ ਕਿਸੇ ਸਟੇਟਸ ਦੇ ਉੱਤੋਂ, ਬਗੈਰ ਕਿਸੇ ਰੰਗ ਦੇ ਉੱਤੋਂ, ਬਗੈਰ ਕਿਸੇ ਰੇਸ ਦੇ ਉੱਤੋਂ ਤੁਸੀਂ ਉਹਦਾ ਹਰ ਕਿਸਮ ਦਾ ਇਲਾਜ ਜਿਹੜਾ ਨਾ ਕਰੋਗੇ, ਉਹਨੂੰ ਰਿਫਿਊਜ਼ ਕਿਸੇ ਕੀਮਤ ਦੇ ਉੱਤੇ ਨਹੀਂ ਕਰ ਸਕਦੇ। ਤੇ ਔਰ ਦੁਨੀਆ ਦਾ ਬਿਹਤਰੀਨ ਇਲਾਜ ਔਰ ਹਰ ਕਿਸਮ ਦੀ ਉਹਨੂੰ ਸਹੂਲੀਅਤ ਮੁਯੱਸਰ ਨੇ। ਔਰ ਇਹਦੇ 'ਚ ਇਹ ਹੈ ਜੇ ਕਿ ਇਹ ਨਹੀਂ ਹੈ ਕਿ ਅਗਰ ਕੋਈ ਛੁੱਟੀ ਵਾਲਾ ਦਿਨ ਨੇ ਤੇ ਡਾਕਟਰ ਦਸਤਿਆਬ ਕੋਈ ਨਹੀਂ ਹੈ, ਇੱਥੇ ਕੋਈ ਛੁੱਟੀ ਵਾਲਾ ਮਤਲਬ ਸਿਸਟਮ ਵੀ ਅਗਰ ਹੋਏਗਾ ਤੇ ਲੇਕਿਨ ਹਰ ਇੱਕ ਦਿਨ ਔਰ 24 ਘੰਟੇ ਦੇ ਵਿੱਚ ਤੁਹਾਨੂੰ ਜਿਹੜਾ ਹੈ ਨਾ ਜੀ ਆਮ ਦਿਨਾਂ ਦੇ ਮੁਤਾਬਕ ਜਿਹੜਾ ਹੈ ਨਾ ਜੀ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ 24 ਘੰਟੇ ਉਹ ਦਸਤਿਆਬ ਨੇ। ਅਗਰ ਹਸਪੀਟਲ ਦੇ ਵਿੱਚ ਆ ਜਾਂਦਾ ਬੰਦਾ ਔਰ ਹਸਪਤਾਲ ਦੇ ਅੰਦਰ ਹੀ ਉਹਦਾ ਬਕਾਇਦਾ ਉਹਦਾ ਐਕਸਰੇ ਦਾ ਇੰਤਜ਼ਾਮ ਹੈ, ਉਹਦਾ ਜਨਾਬ ਲੈਬਾਰਟਰੀ ਦਾ ਇੰਤਜ਼ਾਮ ਹੈ, ਖੂਨ ਪਿਸ਼ਾਬ ਟੈਸਟ ਕਰਨਾ ਹमें ਜੋ ਮੈਡੀਕਲ ਸਕਰੀਨਿੰਗ ਉਹਦੀ ਹੈ ਵੇ, ਐਕਸਰੇ ਵੇ, MRI ਹੈ, ਸਿਟੀ ਸਕੈਨ ਹੈ, ਜੋ ਕੁਛ ਵੀ ਅੰਦਰ ਜਿਹੜਾ ਹੈ ਨਾ ਜੀ ਇੱਥੇ ਇੱਕੋ ਛੱਤ ਦੇ ਥੱਲੇ ਹੈ ਜੇ। ਔਰ ਉਹ ਆਟੋਮੈਟਿਕ ਹੀ ਸਾਰਾ ਸਿਸਟਮ ਜਿਹੜਾ ਹੈ ਨਾ ਜੀ ਉਹ ਪਾ ਕੇ ਤੇ ਉਹ ਮਰੀਜ਼ ਨੂੰ ਜਿਹੜਾ ਹੈ ਨਾ ਜੀ ਪਤਾ ਵੀ ਨਹੀਂ ਚੱਲਦਾ ਕਦੀ ਉਹਨੂੰ ਕਿਧਰੇ ਲੈ ਕੇ ਜਾ ਰਹੇ ਕਦੀ ਕਿਧਰੇ। ਔਰ ਜਿਵੇਂ ਅਸੀਂ ਉਹ ਪਾਕਿਸਤਾਨ ਦੇ ਵਿੱਚ ਇਹ ਹੁੰਦਾ ਨਾ ਕਿ ਇੱਕ ਦਫਾ ਬੰਦਾ ਕਹਿੰਦੇ ਨੇ ਥਾਣੇ ਚਲਾ ਜਾਏ ਤੇ ਥਾਣੇ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਫਿਰ ਉੱਥੋਂ ਨਿਕਲ ਨਹੀਂ ਸਕਦਾ। ਇਹ ਚੀਜ਼ ਮਕੂਲਾ ਜਿਹੜਾ ਹੈ ਇੱਥੇ ਸਾਦਕ ਆਂਦਾ ਹੈ। ਤੇ ਅਗਰ ਜੇ ਤੁਸੀਂ ਇੱਥੇ ਇੱਕ ਵਾਰੀ ਇਹਨਾਂ ਦੇ ਕੋਲੋਂ ਆ ਜਾਓ, ਐਮਰਜੈਂਸੀ ਦੇ ਵਿੱਚ ਆ ਜਾਵੋ, ਜਿੰਨੀ ਦੇਰ ਤੱਕ ਇਹ ਡਾਕਟਰ ਜਿਹੜੇ ਨੇ ਉਹ ਤੁਹਾਡੀ ਸਿਹਤ ਦੇ ਬਾਰੇ ਦੇ ਵਿੱਚ ਮੁਤਮਇਨ ਨਹੀਂ ਹੋਣਗੇ ਉਨੀ ਦੇਰ ਤੱਕ ਤੁਹਾਨੂੰ ਉਹ ਜਿਹੜਾ ਹੈ ਨਾ ਜੀ ਜਾਣ ਦੀ ਇਜਾਜ਼ਤ ਨਹੀਂ ਹੋਏਗੀ ਮੁਕੰਮਲ ਤੌਰ ਦੇ ਉੱਤੇ ਤੁਹਾਡਾ। ਔਰ ਨੀਅਤ ਦੇ ਨਾਲ ਜਿਹੜਾ ਨਾ ਇਲਾਜ ਕਰਨਗੇ, ਤੁਹਾਡੀ ਜੇਬ ਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਖਰਚ ਹੋਏਗਾ। ਅਲੱਗਾ ਗੱਲ ਹੈ ਬਾਅਦ ਦੇ ਵਿੱਚੋਂ ਇੰਸ਼ੋਰੈਂਸ ਦੇ ਕੋਲੋਂ ਲੈਂਦੇ ਨੇ ਤੇ ਜਿਹੜੇ ਨਹੀਂ ਦੇ ਸਕਦੇ ਉਹਨਾਂ ਦਾ ਵੀ ਇਹਨਾਂ ਨੇ ਇੰਤਜ਼ਾਮ ਕੋਈ ਜਿਹੜਾ ਹੈ ਨਾ ਜੀ ਇਹਨਾਂ ਦੇ ਕੋਈ ਚੈਰਿਟੀ ਜਿਹੜਾ ਹੈ ਨਾ ਜੀ ਆਪਣਾ ਤਨਜ਼ੀਮਾਂ ਹੈ ਨੇ ਜਿਹੜੀਆਂ ਉਹਨਾਂ ਦਾ ਵੀ ਉਹ ਕਰ ਲੈਂਦੇ ਨੇ। ਔਰ ਉਹਦੇ ਵਾਸਤੇ ਇਹਨਾਂ ਨੇ ਕੋਈ ਬਕਾਇਦਾ ਇੱਥੇ ਆਪਣੇ ਸੋਸ਼ਲ ਵਰਕਰ ਜਿਹੜੇ ਨੇ ਉਹ ਹੈ ਨੇ ਜਿਹੜੇ ਸੋਸ਼ਲ ਡਿਪਾਰਟਮੈਂਟ ਦੇ ਅੰਡਰ ਆ ਕੇ ਔਰ ਉਹ ਲੋਕਾਂ ਨੂੰ ਜਿਨ੍ਹਾਂ ਦੇ ਕੋਲੋਂ ਇਹੋ ਜਿਹਾ ਕੋਈ ਸਿਸਟਮ ਹੈ ਵੇ ਕਿ ਉਹ ਪੇਮੈਂਟ ਨਹੀਂ ਕਰ ਸਕਦੇ ਉਹਨਾਂ ਨੂੰ ਵੀ ਉਹ ਬਕਾਇਦਾ ਤੌਰ ਦੇ ਉੱਤੇ ਇਹ ਗਾਈਡਲਾਈਨ ਦਿੰਦੇ ਨੇ। ਤੇ ਜਿਹੜਾ ਇਹ ਸਿਸਟਮ ਹੈ ਵੇ ਇੱਥੇ ਦੇਖ ਕੇ ਰਸ਼ਕ ਆਂਦਾ ਵੇ। ਇਹ ਲੋਕ ਜਿਹੜੇ ਨੇ ਆਪਣਾ ਇਸਲਾਮ ਦੇ ਅਸੂਲਾਂ ਦੇ ਮੁਤਾਬਕ ਜਿਹੜਾ ਹੈ ਨਾ ਜੀ ਆਪਣਾ ਇਹ ਕਰਦੇ ਨੇ। ਅਗਰਚੇ ਅਸੀਂ ਕਹਿੰਦੇ ਹਾਂ ਕਿ ਯਾਰ ਇਹ ਮੁਸਲਮਾਨ ਨਹੀਂ ਹੈ ਲੇਕਿਨ ਸਾਰੇ ਅਸੂਲ ਇਹਨਾਂ ਲੋਕਾਂ ਨੇ ਇਸਲਾਮ ਦੇ ਹੀ ਅਪਣਾਏ ਹੋਏ ਨੇ। ਔਰ ਤੁਸੀਂ ਇਹ ਦੇਖ ਹੀ ਲਿਆ ਹੋਣਾ ਹਸਪਤਾਲ ਦੇ ਵਿੱਚ ਜਿਹੜਾ ਹੈ ਨਾ ਸਫਾਈ ਦਾ ਮਿਆਰ ਜਿਹੜਾ ਕੀ ਹੈ ਔਰ ਕਿਵੇਂ ਸਿਹਤ ਔਰ ਤੰਦਰੁਸਤੀ ਦੇ ਹਵਾਲੇ ਦੇ ਨਾਲ ਜਿਹੜਾ ਹੈ ਨਾ ਜੀ ਇਹਨਾਂ ਨੇ ਇੰਤਜ਼ਾਮ ਕੀਤੇ ਜਾਂਦੇ ਨੇ। ਤੇ ਇਹ ਅੱਜ ਮੈਂ ਮੁਖਤਸਰ ਜਿਹਾ ਇੱਕ ਜਿਹੜਾ ਵੀਲਾਗ ਜਿਹੜਾ ਜਨਾਬ ਦੀ ਖਿਦਮਤ ਦੇ ਵਿੱਚ ਪੇਸ਼ ਕੀਤਾ, ਇੱਕ ਝਲਕ ਪੇਸ਼ ਕੀਤੀ ਹੈ ਤੇ ਉਮੀਦ ਹੈ ਤੁਹਾਨੂੰ ਅੱਛਾ ਲੱਗਿਆ ਹੋਏਗਾ। ਤੇ ਮਿਲਨੇ ਆ ਜਨਾਬ ਫਿਰ ਕਿਸੇ ਹੋਰ ਅਗਲੇ ਵੀਲਾਗ ਦੇ ਵਿੱਚ ਲੈ ਕੇ। ਉਨੀ ਦੇਰ ਤੱਕ ਫਿਰ ਤੁਸੀਂ खुश रहो, आबाद रहो, बसदे रहो, हसदे रहो और अपने अपने बाल बच्चों दे विच खुश रहो। हर एक दा ख्याल रखो। अल्लाह हाफिज।